बहुत ही प्यारे बच्चों, आओ अज आपां तुहानूं एक कहानी सुणाउने आ। बहुत वधिया कहानी जो कि तुहाडी पाठ पुस्तक दे विच पाठ नंबर 19 के तौर पर दर्ज है, जिसका नाम है 3 सवाल। एक राजे की कहानी है बच्चों। एक राजा ना अपने राज प्रबंध नूं किस तरह चलाउणा चाहुंदा है, किस तरह चाहुंदा है एक वधिया राजा बने। बहुत सोहनी कहानी है। चलो फिर आजो मैं तुहानूं कहानी सुणाउणी है, ठीक है। एक राजा सी जिसनूं अपने राज प्रबंध नूं चंगा करन दा फिकर रहिंदा सी। एक दिन उसने सोचिया, जे मैनूं मेरे 3 सवालां दा जवाब मिल जावे तां मैं राज प्रबंध विच कदी गलती ना करां। ओह सवाल ਇਹ सन, ਕੰਮ शुरू करन लई चंगा समां किहड़ा है, ਵਰਤਾ ਲਈ ਚੰਗੇ ਆਦਮੀ ਕਿਹੜੇ ਹਨ, ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਰਾਜੇ ਨੇ ਡੌਂਡੀ ਪਿਟਵਾ ਦਿੱਤੀ ਕਿ ਜਿਹੜਾ ਵਿਅਕਤੀ ਉਸਨੂੰ ਇਹਨਾਂ 3 ਸਵਾਲਾਂ ਦੇ ਉੱਤਰ ਦੇਵੇਗਾ ਉਹ ਉਸਨੂੰ ਧਨ ਪਦਾਰਥ ਨਾਲ ਮਾਲਾਮਾਲ ਕਰ ਦੇਵੇਗਾ। ਤਰ੍ਹਾਂ ਤਰ੍ਹਾਂ ਦੇ ਸਿਆਣੇ ਪੁਰਸ਼ ਡੌਂਡੀ ਸੁਣ ਕੇ ਰਾਜੇ ਪਾਸ ਆਏ ਤੇ ਅੱਡ-ਅੱਡ ਜਵਾਬ ਦੇਣ ਲੱਗੇ। ਪਹਿਲੇ ਸਵਾਲ ਦੇ ਉੱਤਰ ਵਿੱਚ ਕਿਸੇ ਨੇ ਆਖਿਆ, ਵੇਲੇ ਦੀ ਵੰਡ ਅਨੁਸਾਰ ਕੰਮ ਮੌਕੇ ਸਿਰ ਕਰਨਾ ਚਾਹੀਦਾ ਹੈ। ਕਿਸੇ ਨੇ ਆਖਿਆ, ਹਮੇਸ਼ਾ ਰੁੱਝੇ ਰਹਿਣਾ ਚਾਹੀਦਾ ਹੈ, ਆਪੇ ਠੀਕ ਸਮੇਂ ਦਾ ਪਤਾ ਲੱਗ ਜਾਵੇਗਾ। ਕਿਸੇ ਆਖਿਆ, ਸਿਆਣੇ ਆਦਮੀਆਂ ਦੀ ਇੱਕ ਕੌਂਸਲ ਹੋਣੀ ਚਾਹੀਦੀ ਹੈ, ਜਿਹੜੀ ਰਾਜੇ ਨੂੰ ਦੱਸੇ ਕਿ ਕੰਮ ਕਰਨ ਦਾ ਠੀਕ ਮੌਕਾ ਹੈ। ਇਹਨਾਂ ਜਵਾਬਾਂ ਤੇ ਹੋਰ ਕੁਝ ਜੋ ਸਿਆਣਿਆਂ ਨੇ ਇਤਰਾਜ਼ ਕੀਤੇ। ਕਿਸੇ ਆਖਿਆ, ਹਰ ਵਕਤ ਕੌਂਸਲ ਕਿਵੇਂ ਬੁਲਾਈ ਜਾ ਸਕਦੀ ਹੈ ਭਲਾ। ਕਿਸੇ ਆਖਿਆ, ਰਾਜੇ ਨੂੰ ਚੰਗੇ ਚੰਗੇ ਜੋਤਸ਼ੀ ਨੌਕਰ ਰੱਖਣੇ ਚਾਹੀਦੇ ਹਨ, ਜਿਹੜੇ ਭਵਿੱਖ ਦੀਆਂ ਗੱਲਾਂ ਦੱਸਣ। ਠੀਕ ਹੈ ਨਾ। ਤੇ ਰਾਜਾ ਹਰ ਇੱਕ ਗੱਲ ਲਈ ਪਹਿਲੋਂ ਤਿਆਰ ਰਿਹਾ ਕਰੇ। ਬਾਕੀ ਸਵਾਲਾਂ ਦੇ ਜਵਾਬ ਵੀ ਇਸੇ ਤਰ੍ਹਾਂ ਬਣ ਦੀ ਲੱਕੜੀ ਵਾਂਗ ਆਏ। ਕਿਸੇ ਆਖਿਆ, ਵਰਤਾ ਲਈ ਚੰਗੇ ਆਦਮੀ ਵਜ਼ੀਰ ਹੋਣ। ਕਿਸੇ ਆਖਿਆ, ਨਹੀਂ, ਫੌਜ ਅਤੇ ਜਰਨੈਲਾਂ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦੱਸਿਆ, ਕਿਸੇ ਨੇ ਸੂਖਮ ਕਲਾ, ਕਿਸੇ ਨੇ ਯੁੱਧ ਅਤੇ ਕਿਸੇ ਨੇ ਭਗਤੀ। ਜਵਾਬ ਅਜਿਹੇ ਭਾਂਤ ਦੇ ਸਨ ਕਿ ਰਾਜੇ ਦੀ ਕਿਸੇ ਨਾਲ ਵੀ ਤਸੱਲੀ ਨਾ ਹੋਈ ਤੇ ਉਸਨੇ ਠੀਕ ਜਵਾਬ ਦੇਣ ਲਈ ਇਨਾਮ ਕਿਸੇ ਨੂੰ ਵੀ ਨਾ ਦਿੱਤਾ। ਇੰਨੇ ਨੂੰ ਪਤਾ ਲੱਗਾ ਕਿ ਜੰਗਲ ਵਿੱਚ ਇੱਕ ਸਿਆਣਾ ਤਪੀਸ਼ਰ ਰਹਿੰਦਾ ਹੈ। ਰਾਜੇ ਨੇ ਆਖਿਆ, ਚਲੋ ਉਸ ਤੋਂ ਉੱਤਰ ਪੁੱਛੀਏ। ਤਪੀਸ਼ਰ ਆਪਣੀ ਕੁਟੀਆ ਛੱਡ ਕੇ ਬਾਹਰ ਨਹੀਂ ਜਾਂਦਾ ਸੀ ਅਤੇ ਨਾ ਹੀ ਉਹ ਆਮ ਆਦਮੀਆਂ ਤੋਂ ਬਿਨਾਂ ਕਿਸੇ ਨਾਲ ਗੱਲਬਾਤ ਕਰਦਾ ਸੀ। ਇਸ ਵਾਸਤੇ ਰਾਜੇ ਨੇ ਭੇਸ ਬਦਲਿਆ, ਮਾਮੂਲੀ ਲੋਕਾਂ ਵਾਲੇ ਕੱਪੜੇ ਪਾਏ, ਆਪਣੇ ਸੇਵਾਦਾਰ ਜੰਗਲ ਦੇ ਬਾਹਰ ਛੱਡ ਕੇ ਆਪ ਕੁਟੀਆ ਵੱਲ ਇਕੱਲਾ ਚਲਾ ਗਿਆ। ਜਦ ਰਾਜਾ ਆਇਆ ਤਾਂ ਤਪੀਸ਼ਰ ਆਪਣੀ ਕੁਟੀਆ ਦੇ ਸਾਹਮਣੇ ਇੱਕ ਕਿਆਰੀ ਪੁੱਟ ਰਿਹਾ ਸੀ। ਰਾਜੇ ਨੂੰ ਆਸ਼ੀਰਵਾਦ ਦੇ ਕੇ ਉਹ ਆਪਣੇ ਕੰਮ ਵਿੱਚ ਹੀ ਰੁੱਝਾ ਰਿਹਾ। ਤਪੀਸ਼ਰ ਦਾ ਸਰੀਰ ਬਿਰਧ ਤੇ ਨਿਰਾਕ ਰੰਗ ਹੋਇਆ ਸੀ। ਕਹੀ ਮਾਰਦਿਆਂ ਤੇ ਮਿੱਟੀ ਪੁੱਟਦਿਆਂ ਉਸਨੂੰ ਸਾਹ ਚੜ ਗਿਆ। ਰਾਜੇ ਨੇ ਕੋਲ ਜਾ ਕੇ ਆਖਿਆ, ਤਪੀਸ਼ਰ ਜੀ, ਮੈਂ 3 ਸਵਾਲ ਪੁੱਛਣ ਆਇਆ ਹਾਂ। ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ, ਵਰਤਾ ਲਈ ਚੰਗੇ ਆਦਮੀ ਕਿਹੜੇ ਹਨ, ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਤਪੀਸ਼ਰ ਨੇ ਸਵਾਲ ਸੁਣ ਕੇ ਕੋਈ ਜਵਾਬ ਨਾ ਦਿੱਤਾ। ਆਪਣੇ ਹੱਥਾਂ ਤੇ ਥੁੱਕ ਲਾ ਕੇ ਉਸਨੇ ਫੇਰ ਕਹੀ ਫੜ ਲਈ ਅਤੇ ਥਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਰਾਜੇ ਨੇ ਆਖਿਆ, ਤਪੀਸ਼ਰ ਜੀ, ਤੁਸੀਂ ਥੱਕ ਗਏ ਹੋਵੋਗੇ, ਕਹੀ ਮੈਨੂੰ ਦਿਓ, ਮੈਂ ਕਿਆਰੀ ਪੁੱਟ ਦਿੰਦਾ ਹਾਂ। ਤਪੀਸ਼ਰ ਨੇ ਮਿਹਰਬਾਨੀ ਆਖ ਕੇ ਕਹੀ ਫੜਾ ਦਿੱਤੀ ਤੇ ਜ਼ਮੀਨ ਤੇ ਬੈਠ ਗਿਆ। ਰਾਜੇ ਨੇ ਕੁਝ ਚਿਰ ਕੰਮ ਕਰਕੇ ਫਿਰ ਉਹੀ ਸਵਾਲ ਪੁੱਛੇ, ਪਰ ਤਪੀਸ਼ਰ ਉਵੇਂ ਦਾ ਉਵੇਂ ਚੁੱਪ ਰਿਹਾ ਤੇ ਉਸ ਕੋਲੋਂ ਕਹੀ ਫੜ ਕੇ ਆਖਿਆ, ਤੁਸੀਂ ਥੱਕ ਗਏ ਹੋ
ਲਿਆਓ ਹੁਣ ਮੈਂ ਕੰਮ ਕਰਾਂ। ਰਾਜੇ ਨੇ ਕਹੀ ਹੱਥੋਂ ਨਾ ਛੱਡੀ ਅਤੇ ਕਿਆਰੀ ਪੁੱਟਦਾ ਰਿਹਾ। 2 ਘੰਟੇ ਲੰਘ ਗਏ। ਸੂਰਜ ਛਿਪਣ ਲੱਗਾ ਅਤੇ ਰਾਜੇ ਨੇ ਕਹੀ ਰੱਖ ਕੇ ਫੇਰ ਪੁੱਛਿਆ, ਤਪੀਸ਼ਰ ਜੀ, ਮੈਂ ਤੁਹਾਡੇ ਪਾਸ ਆਪਣੇ ਪ੍ਰਸ਼ਨਾਂ ਦੇ ਉੱਤਰ ਲੈਣ ਆਇਆ ਹਾਂ। ਜੇ ਤੁਸੀਂ ਜਵਾਬ ਨਹੀਂ ਦੇਣਾ ਤਾਂ ਦੱਸੋ, ਮੈਂ ਘਰ ਮੁੜ ਜਾਵਾਂ। ਤਪੀਸ਼ਰ ਬੋਲਿਆ, ਉਹ ਵੇਖੋ ਕੋਈ ਆਦਮੀ ਦੌੜਿਆ ਆਉਂਦਾ ਹੈ, ਵੇਖੀਏ ਇਸ ਵਿਚਾਰੇ ਤੇ ਕੀ ਬਿਪਤਾ ਪਈ ਹੈ। ਰਾਜੇ ਨੇ ਮੁੜ ਕੇ ਵੇਖਿਆ, ਜੰਗਲ ਵਿੱਚੋਂ ਇੱਕ ਗੱਭਰੂ ਦੌੜਦਾ ਆ ਰਿਹਾ ਸੀ। ਉਸ ਦੇ ਹੱਥ ਆਪਣੀ ਇੱਕ ਵੱਖੀ ਤੇ ਸਨ ਤੇ ਉੱਥੋਂ ਲਹੂ ਨਿਕਲ ਰਿਹਾ ਸੀ। ਤਪੀਸ਼ਰ ਅਤੇ ਰਾਜੇ ਦੇ ਨੇੜੇ ਆ ਕੇ ਨਿਢਾਲ ਹੋ ਕੇ ਢਹਿ ਪਿਆ। ਰਾਜੇ ਨੇ ਵੇਖਿਆ ਕਿ ਉਸ ਦੀ ਵੱਖੀ ਵਿੱਚ ਵੱਡਾ ਜ਼ਖਮ ਹੈ। ਰਾਜੇ ਨੇ ਫੌਰਨ ਉਸ ਨੂੰ ਧੋ ਕੇ ਆਪਣੇ ਰੁਮਾਲ ਤੇ ਤਪੀਸ਼ਰ ਦੇ ਤੌਲੀਏ ਨਾਲ ਬੰਨਿਆ, ਪਰ ਲਹੂ ਵਗਣੋਂ ਬੰਦ ਨਾ ਹੋਇਆ। ਰਾਜਾ ਮੁੜ ਲਹੂ ਲਿਬੜਿਆ ਰੁਮਾਲ ਲਾਹੇ ਅਤੇ ਉਸ ਨੂੰ ਧੋ ਕੇ ਜ਼ਖਮ ਉੱਤੇ ਬੰਨ੍ਹ ਦੇਵੇ। ਅਖੀਰ ਤਪੀਸ਼ਰ ਨੇ ਕੋਈ ਮੱਲਮ ਲਾਈ ਅਤੇ ਲਹੂ ਵਗਣਾ ਬੰਦ ਹੋ ਗਿਆ। ਉਸ ਆਦਮੀ ਨੇ ਅੱਖਾਂ ਖੋਲ੍ਹੀਆਂ ਅਤੇ ਪੀਣ ਨੂੰ ਪਾਣੀ ਮੰਗਿਆ। ਰਾਜਾ ਦੌੜ ਕੇ ਘੜੇ ਵਿੱਚੋਂ ਪਾਣੀ ਲੈ ਆਇਆ ਤੇ ਉਸ ਦੇ ਮੂੰਹ ਵਿੱਚ ਪਾਇਆ। ਇੰਨੇ ਨੂੰ ਸੂਰਜ ਪੂਰੀ ਤਰ੍ਹਾਂ ਲੈ ਗਿਆ ਅਤੇ ਨਾਲ ਠੰਡ ਵੀ ਪੈਣ ਲੱਗੀ। ਰਾਜੇ ਅਤੇ ਤਪੀਸ਼ਰ ਨੇ ਉਸ ਜ਼ਖਮੀ ਆਦਮੀ ਨੂੰ ਚੁੱਕ ਕੇ ਕੁਟੀਆ ਵਿੱਚ ਲਟਾਇਆ। ਅੰਦਰ ਲੇਟ ਕੇ ਉਸ ਆਦਮੀ ਦੀ ਛੇਤੀ ਹੀ ਅੱਖ ਲੱਗ ਗਈ। ਰਾਜਾ ਵੀ ਦਿਨ ਭਰ ਦਾ ਥੱਕਿਆ ਹੋਇਆ ਸੀ। ਉਹਨੂੰ ਵੀ ਫਰਸ਼ 'ਤੇ ਬੈਠਿਆਂ ਨੀਂਦਰ ਨੇ ਘੇਰ ਲਿਆ ਤੇ ਉਹ ਉੱਥੇ ਹੀ ਸੌਂ ਗਿਆ। ਇਸ ਤਰ੍ਹਾਂ ਸੁੱਤਿਆਂ ਰਾਤ ਲੰਘ ਗਈ। ਸਵੇਰੇ ਜਦ ਉਹ ਜਾਗਿਆ ਤਾਂ ਸੋਚਣ ਲੱਗਾ, ਮੈਂ ਇੱਥੇ ਕਿਵੇਂ ਆ ਗਿਆ। ਜਦ ਉਸ ਗੱਭਰੂ ਨੇ ਅੱਖ ਖੋਲ੍ਹੀ ਤਾਂ ਰਾਜੇ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਉਸਨੇ ਹੱਥ ਜੋੜ ਕੇ ਆਖਿਆ, ਮੈਨੂੰ ਮਾਫ਼ ਕਰ ਦਿਓ ਹਜ਼ੂਰ। ਰਾਜਾ ਉਸ ਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਤੇ ਬੋਲਿਆ, ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਫਿਰ ਮਾਫ਼ੀ ਕਿਸ ਗੱਲ ਦੀ। ਗੱਭਰੂ ਨੇ ਦੱਸਿਆ, ਤੁਸੀਂ ਮੈਨੂੰ ਨਹੀਂ ਜਾਣਦੇ ਹਜ਼ੂਰ, ਪਰ ਮੈਂ ਤਾਂ ਕਿੰਨੇ ਚਿਰਾਂ ਤੋਂ ਸਹੁੰ ਖਾਧੀ ਹੋਈ ਸੀ ਕਿ ਮੈਂ ਤੁਹਾਨੂੰ ਕਤਲ ਕਰਾਂਗਾ। ਤੁਸਾਂ ਮੇਰੇ ਭਰਾ ਨੂੰ ਫਾਂਸੀ 'ਤੇ ਲਟਕਾ ਕੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ। ਮੈਨੂੰ ਪਤਾ ਸੀ ਕਿ ਤੁਸੀਂ ਅੱਜ ਜੰਗਲ ਵਿੱਚ ਇਕੱਲੇ ਆਏ ਹੋ। ਮੇਰਾ ਇਰਾਦਾ ਤੁਹਾਨੂੰ ਵਾਪਸੀ 'ਤੇ ਮਾਰ ਦੇਣ ਦਾ ਸੀ, ਪਰ ਤੁਸੀਂ ਤਾਂ ਹਨੇਰਾ ਪੈਣ ਤੱਕ ਵੀ ਮੁੜੇ ਹੀ ਨਾ। ਇਸ ਪਿੱਛੋਂ ਮੈਂ ਜੰਗਲ ਵਿੱਚ ਤੁਹਾਨੂੰ ਲੱਭਣ ਚੱਲ ਪਿਆ, ਪਰ ਅਚਾਨਕ ਤੁਹਾਡੇ ਸਿਪਾਹੀ ਮੈਨੂੰ ਟੱਕਰ ਗਏ। ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਜ਼ਖਮੀ ਕਰ ਦਿੱਤਾ। ਉੱਥੋਂ ਜਾਨ ਬਚਾ ਕੇ ਭੱਜ ਗਿਆ, ਮਤਲਬ ਜਾਨ ਬਚਾਉਂਦਾ ਭੱਜ ਕੇ ਮੈਂ ਇੱਥੇ ਪੁੱਜ ਗਿਆ ਤੇ ਇੱਥੇ ਤੁਸੀਂ ਮੇਰੀ ਮੱਲਮ ਪੱਟੀ ਕਰਕੇ ਜਾਨ ਬਚਾਈ। ਮੈਂ ਤੁਹਾਨੂੰ ਮਾਰਨ ਲਈ ਆਇਆ ਸੀ, ਪਰ ਤੁਸੀਂ ਮੇਰੀ ਰੱਖਿਆ ਕੀਤੀ। ਜੇ ਮੈਂ ਜਿਉਂਦਾ ਰਿਹਾ ਤਾਂ ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ। ਮੈਨੂੰ ਖਿਮਾ ਕਰੋ। ਰਾਜਾ ਆਪਣੀ ਜਾਨ ਦੇ ਵੈਰੀ ਤੇ ਭਾਈ ਦੇ ਕਾਤਲ ਦੀ ਸੱਚੀ ਸੁੱਚੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ ਅਤੇ ਨਾ ਕੇਵਲ ਉਸ ਨੂੰ ਮਾਫ਼ ਹੀ ਕਰ ਦਿੱਤਾ, ਸਗੋਂ ਕਹਿਣ ਲੱਗਾ, ਆਪਣੇ ਨੌਕਰ ਭੇਜ ਕੇ ਸ਼ਾਹੀ ਹਕੀਮ ਬੁਲਾਵਾਂਗਾ ਅਤੇ ਫਿਰ ਉਹ ਤੇਰੇ ਜ਼ਖਮਾਂ ਦਾ ਚੰਗੀ ਤਰ੍ਹਾਂ ਇਲਾਜ ਕਰੇਗਾ। ਤੇਰੇ ਭਰਾ ਦੀ ਜਾਇਦਾਦ ਵੀ ਤੈਨੂੰ ਮਿਲ ਜਾਵੇਗੀ। ਜ਼ਖਮੀ ਗੱਭਰੂ ਤੋਂ ਵੇਲਿਆਂ ਹੋ ਕੇ ਰਾਜਾ ਬਾਹਰ ਆਇਆ। ਤਪੀਸ਼ਰ ਕੱਲ੍ਹ ਵਾਲੀ ਕਿਆਰੀ ਵਿੱਚ ਬੀਜ ਰਿਹਾ ਸੀ। ਰਾਜੇ ਨੇ ਨੇੜੇ ਹੋ ਕੇ ਪ੍ਰਣਾਮ ਕੀਤਾ ਤੇ ਆਖਿਆ, ਮਹਾਰਾਜ, ਮੇਰੀ ਅਖੀਰ ਬੇਨਤੀ ਹੈ ਕਿ ਮੇਰੇ ਸਵਾਲਾਂ ਦਾ ਉੱਤਰ ਦਿਓ। ਤਪੀਸ਼ਰ ਠਿਠ ਕੇ ਬੈਠ ਗਿਆ। ਰਾਜਨ, ਤੇਰੇ 3 ਸਵਾਲਾਂ ਦਾ ਤੈਨੂੰ ਜਵਾਬ ਮਿਲ ਚੁੱਕਾ ਹੈ। ਰਾਜਾ ਬੋਲਿਆ, ਮੈਨੂੰ ਕਿਸ ਤਰ੍ਹਾਂ ਮਿਲ ਚੁੱਕਾ ਹੈ? ਤੁਸੀਂ ਤਾਂ ਅਜੇ ਤੱਕ ਮੂੰਹੋਂ ਬੋਲੇ ਤੱਕ ਨਹੀਂ। ਤਪੀਸ਼ਰ ਨੇ ਕਿਹਾ, ਰਾਜਨ ਵੇਖ, ਜੇ ਤੂੰ ਮੇਰੇ ਉੱਤੇ ਦਇਆ ਕਰਕੇ ਕਿਆਰੀ ਨਾ ਪੁੱਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰਕੇ ਤੈਨੂੰ ਕਤਲ ਕਰ ਦਿੰਦਾ।
ਸੋ ਸਭ ਤੋਂ ਚੰਗਾ ਸਮਾਂ ਉਹ ਸੀ ਜਦੋਂ ਤੂੰ ਕਿਆਰੀ ਪੁੱਟਦਾ ਸੀ। ਮੈਂ ਉਸ ਵੇਲੇ ਦੇ ਵਰਤਾਅ ਲਈ ਤੇਰੇ ਲਈ ਚੰਗਾ ਪੁਰਸ਼ ਸਾਂ ਅਤੇ ਮੇਰੇ ਨਾਲ ਨੇਕੀ ਕਰਨਾ ਤੇ ਮੇਰੀ ਮਦਦ ਕਰਨਾ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਫਿਰ ਉਸ ਤੋਂ ਪਿੱਛੋਂ ਜਦ ਇਹ ਗੱਭਰੂ ਦੌੜਦਾ ਆਇਆ ਤਾਂ ਸਭ ਤੋਂ ਚੰਗਾ ਸਮਾਂ ਉਹੀ ਸੀ ਜਦੋਂ ਤੂੰ ਉਸ ਦੀ ਪੱਟੀ ਕੀਤੀ। ਜੇ ਤੂੰ ਇਉਂ ਨਾ ਕਰਦਾ ਤਾਂ ਇਹ ਆਦਮੀ ਮਰ ਜਾਂਦਾ। ਉਸ ਵੇਲੇ ਵਰਤਾਅ ਲਈ ਉਹੀ ਜ਼ਰੂਰੀ ਆਦਮੀ ਸੀ ਅਤੇ ਜੋ ਭਲਾ ਤੂੰ ਉਸ ਨਾਲ ਕੀਤਾ ਉਹੀ ਜ਼ਰੂਰੀ ਕੰਮ ਸੀ। ਕੁਝ ਕੁ ਰੁਕ ਕੇ ਤਪੀਸ਼ਰ ਫਿਰ ਕਹਿਣ ਲੱਗਾ, ਯਾਦ ਰੱਖੋ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ। ਇਸ ਵੇਲੇ ਜੋ ਨੇਕੀ ਹੋ ਸਕੇ ਕਰ ਲਓ। ਇਹ ਵੇਲਾ ਸਾਡੇ ਹੱਥ ਵਿੱਚ ਹੈ। ਇਹੋ ਜ਼ਰੂਰੀ ਵੇਲਾ ਹੈ। ਵਰਤਾਅ ਲਈ ਉਹ ਹੀ ਚੰਗਾ ਆਦਮੀ ਹੈ ਜਿਹੜਾ ਉਸ ਘੜੀ ਸਾਡੇ ਕੋਲ ਹੋਵੇ। ਪਤਾ ਨਹੀਂ ਹੋਰ ਕਿਸੇ ਵੇਲੇ ਕਿਸੇ ਨਾਲ ਸਾਡਾ ਵਾਹ ਹੀ ਨਾ ਪਏ ਅਤੇ ਬੰਦਾ ਇਸ ਜਹਾਨ ਤੋਂ ਕੂਚ ਕਰ ਜਾਵੇ। ਤੇ ਅਸਲ ਵਿੱਚ ਕੰਮਾਂ ਵਿੱਚੋਂ ਸਭ ਤੋਂ ਅਹਿਮ, ਉੱਚਾ ਤੇ ਜ਼ਰੂਰੀ ਕੰਮ ਇਹੋ ਹੈ ਕਿ ਹਰ ਕਿਸੇ ਆਦਮੀ ਦਾ ਭਲਾ ਕੀਤਾ ਜਾਵੇ, ਕਿਉਂਕਿ ਮਨੁੱਖ ਦੇ ਦੁਨੀਆ ਵਿੱਚ ਆਉਣ ਦਾ ਮੰਤਵ ਇਹ ਇੱਕੋ ਹੀ ਹੈ। ਤਪੀਸ਼ਰ ਵੱਲੋਂ ਦਿੱਤੇ ਸਵਾਲਾਂ ਦੇ ਸਹੀ ਜਵਾਬਾਂ ਨਾਲ ਰਾਜੇ ਦੀ ਤਸੱਲੀ ਹੋ ਗਈ। ਉਹ ਤਪੀਸ਼ਰ ਦਾ ਧੰਨਵਾਦ ਕਰਦਾ ਹੋਇਆ ਖੁਸ਼ੀ-ਖੁਸ਼ੀ ਵਾਪਸ ਪਰਤ ਗਿਆ। ਸੋ ਦੇਖਿਆ ਬੱਚੋ, ਆਪਾਂ ਨੂੰ ਜੋ ਚੱਲ ਰਿਹਾ ਸਮਾਂ ਹੈ ਨਾ, ਸਭ ਤੋਂ ਚੰਗਾ ਸਮਾਂ ਹੈ। ਅਤੇ ਜਿਸ ਮਨੁੱਖ ਨਾਲ ਆਪਾਂ ਗੱਲ ਕਰਦੇ ਹਾਂ, ਜਿਹੜਾ ਕੰਮ ਕਰਦੇ ਹਾਂ, ਉਹ ਸਭ ਤੋਂ ਚੰਗਾ ਹੈ। ਠੀਕ ਹੈ ਨਾ। ਅਤੇ ਉਹ ਕੰਮ ਸਿਰਫ ਦੂਜਿਆਂ ਦਾ ਭਲਾ ਕਰਨਾ ਹੈ। ਠੀਕ ਹੈ ਬੱਚੋ। ਸੋ ਰਾਜੇ ਨੇ 3 ਸਵਾਲ ਕਿਉਂ ਪੁੱਛੇ? ਚਲੋ ਮੈਂ ਤੁਹਾਡੇ ਤੋਂ ਸਵਾਲ ਪੁੱਛਦੀ ਹਾਂ। ਕਿਉਂਕਿ ਰਾਜਾ ਆਪਣੇ ਆਪ ਨੂੰ ਇੱਕ ਵਧੀਆ ਰਾਜਾ ਕਹਾਉਣਾ ਚਾਹੁੰਦਾ ਸੀ। ਠੀਕ ਹੈ। ਉਹ ਚਾਹੁੰਦਾ ਸੀ ਵੀ ਉਸਦੇ ਰਾਜ ਦੇ ਵਿੱਚ ਸਾਰੇ ਖੁਸ਼ ਰਹਿਣ। ਠੀਕ ਹੈ। ਅਤੇ ਸਾਰੇ ਸੁਖੀ ਵਸਣ ਅਤੇ ਉਹ ਇੱਕ ਸਭ ਤੋਂ ਚੰਗਾ ਰਾਜਾ ਸਿੱਧ ਹੋਏ। ਇਸ ਕਰਕੇ ਉਸਨੇ ਸਵਾਲ ਪੁੱਛੇ। 3 ਸਵਾਲ ਕਿਹੜੇ ਸਨ ਬੱਚੋ? 3 ਸਵਾਲਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਏ। ਕਿਹੜੇ ਸਨ ਜੋ ਰਾਜਾ ਉਸਨੂੰ ਪੁੱਛਦਾ ਏ? ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਵਰਤਾਅ ਲਈ ਚੰਗੇ ਆਦਮੀ ਕਿਹੜੇ ਹਨ? ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਸੋ ਇਹ ਤਿੰਨੋਂ ਦੇ ਤਿੰਨੋਂ ਸਵਾਲ ਸਨ। ਜਦੋਂ ਰਾਜੇ ਦੀ 3 ਸਵਾਲਾਂ ਦੇ ਉੱਤਰਾਂ ਨਾਲ ਤਸੱਲੀ ਨਾ ਹੋਈ ਤਾਂ ਰਾਜੇ ਨੇ ਕੀ ਕੀਤਾ? ਤਾਂ ਰਾਜੇ ਨੂੰ ਪਤਾ ਲੱਗਿਆ, ਸਭ ਤੋਂ ਪਹਿਲਾਂ ਤਾਂ ਬੱਚਿਓ ਰਾਜੇ ਨੇ ਡੌਂਡੀ ਪਟਾਉਣਾ, ਮਤਲਬ ਪਹਿਲਾਂ ਕੀ ਹੁੰਦਾ ਸੀ ਬੱਚਿਓ, ਕੋਈ ਫੋਨ ਤਾਂ ਨਹੀਂ ਸੀ ਹੁੰਦੇ, ਟੀਵੀ ਵੀ ਨਹੀਂ ਸੀ ਹੁੰਦੇ, ਤਾਂ ਇੱਕ ਵੱਡਾ ਸਾਰਾ ਢੋਲ ਅਤੇ ਨਗਾਰਾ ਲੈ ਕੇ ਇੱਕ ਇਲਾਕੇ ਦੇ ਵਿੱਚ ਜਾਇਆ ਜਾਂਦਾ ਸੀ ਅਤੇ ਉੱਥੇ ਉਹ ਢੋਲ ਜਾਂ ਵੱਡਾ ਨਗਾਰਾ ਹੈ ਜਿਹੜਾ ਵਜਾਇਆ ਜਾਂਦਾ ਸੀ ਬੱਚਿਓ। ਸੋ ਸਾਰੇ ਲੋਕ ਆਵਾਜ਼ ਸੁਣ ਕੇ ਨਾ ਉੱਥੇ ਇਕੱਠੇ ਹੋ ਜਾਂਦੇ ਸੀ, ਤਾਂ ਉਹਨਾਂ ਨੂੰ ਉਹ ਸੂਚਨਾ ਦਿੱਤੀ ਜਾਂਦੀ ਸੀ। ਜਾਂ ਬੱਚਿਓ ਉੱਚੀ ਆਪਾਂ ਕਹਿ ਸਕਦੇ ਹਾਂ ਵੀ ਗਲੀਆਂ ਦੇ ਵਿੱਚ ਬੋਲਣਾ। ਠੀਕ ਹੈ ਨਾ। ਮਤਲਬ ਡੌਂਡੀ ਪਿਟਵਾਉਣਾ ਇਸ ਨੂੰ ਕਿਹਾ ਜਾਂਦਾ ਸੀ। ਠੀਕ ਹੈ ਨਾ। ਅਤੇ ਅੱਗੇ ਆ ਗਿਆ, ਰਾਜੇ ਨੇ ਤਪੀਸ਼ਰ ਪਾਸ ਜਾ ਕੇ ਕੀ ਕੀਤਾ? ਆਪਾਂ ਦੇਖਦੇ ਹਾਂ ਵੀ ਸਭ ਤੋਂ ਪਹਿਲਾਂ ਤਾਂ ਜਦੋਂ ਤਪੀਸ਼ਰ ਕਿਆਰੀ ਪੁੱਟ ਰਿਹਾ ਸੀ, ਰਾਜੇ ਨੇ ਕਿਆਰੀ ਪੁੱਟਣ ਵਿੱਚ ਮਦਦ ਕੀਤੀ। ਫਿਰ ਇੱਕ ਜ਼ਖਮੀ ਆਦਮੀ ਆ ਗਿਆ ਸੀ ਜੋ ਜ਼ਖਮ ਸਨ ਉਸਦੇ, ਅਤੇ ਉਸਦੀ ਮਦਦ ਕੀਤੀ ਸੀ। ਠੀਕ ਹੈ ਨਾ। ਸੋ ਅੱਗੇ ਜਾ ਕੇ ਤਪੀਸ਼ਰ ਨੇ ਰਾਜੇ ਨੂੰ ਉਸ ਦੀਆਂ ਪੁੱਛਾਂ ਦਾ ਕੀ ਉੱਤਰ ਦਿੱਤਾ? ਵੀ ਜਿਹੜੀਆਂ ਚੀਜ਼ਾਂ ਪੁੱਛੀਆਂ ਸਨ ਉਸਦਾ ਕੀ ਉੱਤਰ ਦਿੱਤਾ? ਉਸਨੇ ਕਿਹਾ ਸੀ ਵੀ ਸਭ ਤੋਂ ਚੰਗਾ ਸਮਾਂ ਵਰਤਮਾਨ ਦਾ ਹੁੰਦਾ ਹੈ। ਪਹਿਲੇ ਸਵਾਲ ਦਾ ਉੱਤਰ ਦਿੱਤਾ ਸੀ। ਫਿਰ ਵਰਤਾਅ ਲਈ ਮਤਲਬ ਕਿਸੇ ਨਾਲ ਵਰਤਣ ਲਈ ਚੰਗੇ ਆਦਮੀ ਕਿਹੜੇ ਹੁੰਦੇ ਹਨ? ਤਾਂ ਉਹਨਾਂ ਨੇ ਕਿਹਾ ਸੀ ਵੀ ਜੋ ਤੁਹਾਡੇ ਕੋਲ ਉਸ ਸਮੇਂ ਹੈ ਉਹ ਵਰਤਾਅ ਲਈ ਸਭ ਤੋਂ ਚੰਗਾ ਹੁੰਦਾ ਹੈ, ਕਿਉਂਕਿ ਸਭ ਤੋਂ ਵਧੀਆ ਸਮਾਂ ਵਰਤਮਾਨ ਦਾ ਉਹ ਸਮਾਂ ਸੀ ਜਦੋਂ ਰਾਜਾ ਕਿਆਰੀ ਪੁੱਟਦਾ ਸੀ। ਜੇ ਕਿਆਰੀ ਨਾ ਪੁੱਟਦਾ, ਉੱਥੋਂ ਚਲਾ ਜਾਂਦਾ, ਤਾਂ ਉਹ ਆਦਮੀ ਜੋ ਉਸਨੂੰ ਮਾਰਨ ਆਇਆ ਸੀ ਨਾ, ਮਾਰ ਦਿੰਦਾ। ਤਾਂ ਵਰਤਾਅ ਲਈ ਉਹ ਚੰਗਾ ਕਿਵੇਂ ਹੋਇਆ ਕਿ ਉਸਨੇ ਉਹਦੀ ਮਦਦ ਕੀਤੀ ਸੀ, ਰਾਜੇ ਨੇ ਉਸ ਵਿਅਕਤੀ ਦੀ ਮਦਦ ਕੀਤੀ ਸੀ। ਠੀਕ ਹੈ ਨਾ। ਸੋ ਉਹ ਚੰਗਾ ਹੋਇਆ ਸੀ। ਫਿਰ ਉਸ ਤੋਂ ਬਾਅਦ ਉਹਨੇ ਮਤਲਬ ਜੋ ਵਿਅਕਤੀ ਸੀ ਉਸਨੇ ਮਾफ़ੀ ਮੰਗੀ ਸੀ ਰਾਜੇ ਤੋਂ, ਹੈ ਨਾ। ਫਿਰ ਉਸ ਤੋਂ ਬਾਅਦ ਅੰਤ ਸਮੇਂ ਇਹ ਆ ਗਿਆ ਸੀ ਬੱਚਿਓ ਵੀ ਭਲਾ ਕੀਤਾ ਸੀ ਰਾਜੇ ਨੇ, ਉਸ ਆਦਮੀ ਦਾ ਭਲਾ ਕੀਤਾ, ਤਾਂ ਉਹ ਆਦਮੀ ਨੇ ਮਤਲਬ ਉਸਨੂੰ ਮਾਰਨ ਦਾ ਵਿਚਾਰ ਛੱਡ ਦਿੱਤਾ ਸੀ। ਠੀਕ ਹੈ ਨਾ।
ਸੋ ਭਲਾ ਕਰਨਾ ਚਾਹੀਦਾ। ਇਹ ਤਿੰਨੇ ਸਵਾਲਾਂ ਦੇ ਜਵਾਬ ਉਸਨੇ ਦੇ ਦਿੱਤੇ ਸਨ। ਸੋ ਆਓ ਫਿਰ ਬੱਚਿਓ, ਹੁਣ ਆਪਾਂ ਸ਼ਬਦ ਦਿੱਤੇ ਹੋਏ ਨੇ ਆਪਾਂ ਨੂੰ ਛੋਟੇ ਛੋਟੇ, ਠੀਕ ਆ। ਆਪਾਂ ਕੀ ਕਰਨਾ, ਇਹਨਾਂ ਦੇ ਵਾਕ ਬਣਾਉਣੇ ਨੇ। ਵਾਕ ਮਤਲਬ ਪੂਰੀ ਦੀ ਪੂਰੀ ਗੱਲ ਬਣਾ ਕੇ ਆਪਾਂ ਕਹਿਣੀ ਆ। ਡੌਂਡੀ ਪਿਟਾਉਣੀ, ਆਪਾਂ ਦੇਖਿਆ ਕਿ ਰਾਜੇ ਨੇ ਆਪਣੇ ਸਵਾਲਾਂ ਦੇ ਉੱਤਰ ਲੱਭਣ ਲਈ ਇਲਾਕੇ ਦੇ ਵਿੱਚ ਡੌਂਡੀ ਪਿਟਵਾਈ, ਮਤਲਬ ਸਾਰੇ ਲੋਕਾਂ ਤੋਂ ਪ੍ਰਸ਼ਨ ਪੁੱਛਣ ਵਾਸਤੇ ਲੋਕਾਂ ਨੂੰ ਉੱਥੇ ਇਲਾਕੇ ਦੇ ਵਿੱਚ ਇਕੱਠਾ ਕੀਤਾ ਗਿਆ, ਠੀਕ ਹੈ ਨਾ। ਮਾਲਾ, ਅੱਗੇ ਆ ਗਿਆ ਬੱਚੋ ਮਾਲਾ ਮਾਲ ਕਰਨਾ, ਹੈ ਨਾ। ਮਾਲਾ ਨਹੀਂ ਇਹ, ਮਾਲਾ ਮਾਲ ਕਰਨਾ। ਜੇ ਲੱਲੇ ਪੈਰ ਬਿੰਦੀ ਹੁੰਦੀ ਮਾਲਾ ਹੁੰਦੀ, ਜਿਹੜੀ ਆਪਾਂ ਗਲੇ ਦੇ ਵਿੱਚ ਪਾਉਂਦੇ ਹਾਂ, ਇਹ ਮਾਲਾ ਮਾਲ ਕਰਨਾ, ਠੀਕ ਹੈ ਨਾ। ਤਾਂ ਰਾਜੇ ਨੇ ਕਿਹਾ ਵੀ ਜੋ ਵੀ ਇਨਸਾਨ ਮੈਨੂੰ ਜਿਹੜੇ ਮੇਰੇ ਸਵਾਲ ਨੇ ਉਹਨਾਂ ਦੇ ਉੱਤਰ ਸਹੀ ਦੇਗਾ ਤਾਂ ਉਸ ਨੂੰ ਮਾਲਾ ਮਾਲ ਕਰ ਦੇਗਾ। ਮਾਲ ਮਤਲਬ ਪੈਸੇ ਦੇਗਾ ਖੂਬ ਸਾਰੇ, ਠੀਕ ਹੈ। ਧਨ ਦੇਗਾ, ਹੋਰ ਕੀਮਤੀ ਚੀਜ਼ਾਂ ਦੇਗਾ। ਬਣ ਦੀ ਲੱਕੜੀ, ਮਤਲਬ ਤਰ੍ਹਾਂ ਤਰ੍ਹਾਂ ਦੇ ਲੋਕ। ਬਣ ਦੀ ਲੱਕੜੀ, ਬਣ ਕੀ ਜੰਗਲ ਨੂੰ ਕਹਿ ਦਿੱਤਾ ਜਾਂਦਾ ਬੱਚੋ। ਬਣ ਦੀ ਲੱਕੜੀ ਕੀ ਹੁੰਦੀ ਹੈ, ਤਰ੍ਹਾਂ ਤਰ੍ਹਾਂ ਦੇ ਲੋਕ, ਠੀਕ ਹੈ। ਤਰ੍ਹਾਂ ਤਰ੍ਹਾਂ ਦੇ ਲੋਕ ਆਏ ਅਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਜਵਾਬ ਦਿੱਤੇ, ਠੀਕ ਹੈ। ਤਪੀਸ਼ਰ ਕੌਣ ਹੁੰਦਾ ਬੱਚੋ, ਜੋ ਲੋਕ ਰੱਬ ਦੀ ਪੂਜਾ ਲਈ, ਠੀਕ ਹੈ, ਦੁਨੀਆਦਾਰੀ ਨੂੰ ਛੱਡ ਕੇ ਸਿਰਫ ਔਰ ਸਿਰਫ ਰੱਬ ਦੇ ਲੜ ਲੱਗ ਜਾਂਦੇ ਹਨ। ਅੱਗੇ ਆ ਗਿਆ ਚਰਨ ਸੇਵਕ। ਚਰਨ ਮਤਲਬ ਪੈਰਾਂ ਨੂੰ ਕਿਹਾ ਜਾਂਦਾ ਹੈ। ਸੇਵਕ ਹੋਣਾ, ਦਾਸ ਹੋਣਾ। ਅਤੇ ਉਸ ਵਿਅਕਤੀ ਨੇ ਕਿਹਾ, ਜਿਹੜਾ ਵਿਅਕਤੀ ਰਾਜੇ ਨੂੰ ਮਾਰਨ ਆਇਆ ਸੀ ਪਰ ਰਾਜੇ ਨੇ ਉਸਦੀ ਜਾਨ ਬਚਾਤੀ ਸੀ, ਤਾਂ ਉਸਨੇ ਕਿਹਾ ਮੈਂ ਸਾਰੀ ਜ਼ਿੰਦਗੀ ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ, ਮਤਲਬ ਤੁਹਾਡਾ ਦਾਸ ਬਣ ਕੇ ਰਹਾਂਗਾ। ਅੱਗੇ ਆ ਗਿਆ ਬੱਚੋ ਔਖੇ ਸ਼ਬਦਾਂ ਦੇ ਅਰਥ। ਕੁਝ ਸ਼ਬਦ ਤੁਹਾਨੂੰ ਔਖੇ ਲੱਗੇ ਹੋਣੇ ਨਾ ਪੜ੍ਹਨ ਵੇਲੇ, ਕਹਾਣੀ ਸੁਣਨ ਵੇਲੇ, ਉਹਨਾਂ ਦੇ ਅਰਥ ਨੇ। ਇਤਰਾਜ਼, ਸ਼ੰਕਾ, ਵਿਰੋਧ। ਮਸ਼ਵਰਾ, ਹੈ ਨਾ, ਰਾਏ, ਸਲਾਹ। ਤਪੀਸ਼ਰ, ਤਪ ਕਰਨ ਵਾਲਾ, ਪੂਜਾ ਕਰਨ ਵਾਲਾ। ਕੁਟੀਆ, ਸਾਧੂਆਂ ਦੀ ਝੁੱਗੀ ਜਾਂ ਝੌਂਪੜੀ। ਬਿਰਧ, ਵਡੇਰੀ ਜਿਹੜੀ ਆਦਮੀ ਹੁੰਦਾ ਨਾ, ਵਡੇਰੀ ਉਮਰ ਵਾਲਾ ਆਦਮੀ, ਬਜ਼ੁਰਗ। ਨਿਢਾਲ, ਨਿਸੱਤਾ, ਵੀ ਜਿਹਨੂੰ ਕੋਈ ਸੁਰਤ ਨਾ ਹੋਵੇ। ਵਰਤਾ, ਵਿਹਾਰ, ਵਤੀਰਾ। ਸੋ ਮੈਨੂੰ ਯਕੀਨ ਹੈ ਬੱਚੋ, ਠੀਕ ਹੈ, ਵੀ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਸੁਣਿਆ, ਸਮਝਿਆ। ਅਤੇ ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਹਨ, ਉਹ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਸੋ ਜੋ ਸਮਾਂ ਚੱਲ ਰਿਹਾ ਉਹ ਸਭ ਤੋਂ ਸੋਹਣਾ ਸਮਾਂ ਹੈ, ਠੀਕ ਹੈ। ਉਸ ਨੂੰ ਨਾ ਗਵਾਓ, ਸਗੋਂ ਉਸ ਨੂੰ ਆਪਣੇ ਲੇਖੇ ਲਾਓ। ਧੰਨਵਾਦ।